ਗੁੱਡ ਮਾਰਨਿੰਗ ਸਟੂਡੈਂਟਸ। ਆਪਾਂ ਕਰ ਰਹੇ ਸੀਗੇ ਰਿਕਮੈਂਡੇਸ਼ਨ ਆਫ ਨੈਸ਼ਨਲ ਐਜੂਕੇਸ਼ਨ ਕਮਿਸ਼ਨ 1964 to 1966। ਤਾਂ ਅੱਜ ਆਪਾਂ ਕਰਨਾ ਟੀਚਰਸ ਕਿ ਇਸ ਦੇ ਵਿੱਚ ਟੀਚਰਸ ਦਾ ਕੀ ਰੋਲ ਆ। ਤਾਂ ਸਭ ਤੋਂ ਪਹਿਲਾਂ ਹੈਗਾ ਉਤਸ਼ਾਹਜਨਕ ਮਾਹੌਲ ਕਿ ਟੀਚਰ ਨੂੰ ਪੜ੍ਹਾਉਣ ਦੇ ਲਈ ਵਿੱਦਿਅਕ ਸੰਸਥਾਵਾਂ ਦਾ ਜਿਹੜਾ ਮਾਹੌਲ ਹੈ ਉਹ ਵਧੀਆ ਹੋਣਾ ਚਾਹੀਦਾ ਹੈ। ਅਧਿਆਪਕ ਨੂੰ ਫਰੀਡਮ ਹੋਣੀ ਚਾਹੀਦੀ ਹੈ ਅਤੇ ਅਧਿਆਪਕ ਪ੍ਰੋਫੈਸ਼ਨਲ ਜਿਹੜੀ ਐਜੂਕੇਸ਼ਨ ਹੈ ਉਸ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਕਮਿਸ਼ਨ ਦਾ ਇਹ ਵੀ ਸੁਝਾਅ ਹੈ ਕਿ ਅਧਿਆਪਕ ਦੀ ਜਿਹੜੀ ਸਥਿਤੀ ਸਮਾਜਿਕ ਆਰਥਿਕ ਹਰ ਪੱਖੋਂ ਵਧੀਆ ਹੋਣੀ ਚਾਹੀਦੀ ਹੈ। ਉਸ ਨੂੰ ਉਸਦੇ ਕੰਮ ਦੇ ਬਦਲੇ ਉਸਦੀ ਸੇਵਾ ਫਲ ਉਸਦੀ ਸੈਲਰੀ ਜਿਹੜੀ ਵਧੀਆ ਦੇਣੀ ਚਾਹੀਦੀ ਹੈ। ਜਿਨ੍ਹਾਂ ਅਧਿਆਪਕਾਂ ਨੇ ਸੈਕੰਡਰੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਵਸਾਇਕ ਜਿਹੜੀ ਪ੍ਰੋਫੈਸ਼ਨਲ ਐਜੂਕੇਸ਼ਨ ਲਈ ਹੁੰਦੀ ਹੈ ਉਹਨਾਂ ਦੀ ਗ੍ਰੇਡ ਹੈ ਜਿਹੜੀ ਉਹ 250 ਤੋਂ 300 ਹੋਣੀ ਚਾਹੀਦੀ ਹੈ। ਅਤੇ ਜੇ ਕੋਈ ਟੀਚਰ ਗ੍ਰੈਜੂਏਟ ਵਿਦਿਆਰਥੀਆਂ ਨੇ 1 ਸਾਲ ਦਾ ਜੇ ਪ੍ਰੋਫੈਸ਼ਨਲ ਕੋਰਸ ਕੋਈ ਕੀਤਾ ਤਾਂ ਉਹਨਾਂ ਦੀ 300 ਤੋਂ 500 ਹੋਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਵੱਖ ਵੱਖ ਉਸਦੀਆਂ ਜਿਹੜੀ ਉਸਦੀ ਕੁਆਲੀਫਿਕੇਸ਼ਨ ਹੈ ਉਸ ਦੇ ਅਕੋਰਡਿੰਗ ਵੱਖ ਵੱਖ ਗ੍ਰੇਡ ਦੀ ਜਿਹੜੀ ਵਿਵਸਥਾ ਹੈ ਉਹ ਕੀਤੀ ਗਈ ਹੈ। ਨੈਕਸਟ ਹੈ ਪ੍ਰਮੋਸ਼ਨ ਅਤੇ ਅਧਿਆਪਕਾਂ ਦੀ ਜਿਹੜੀ ਪ੍ਰਮੋਸ਼ਨ ਹੈ ਉਹ ਹੋਣੀ ਚਾਹੀਦੀ ਹੈ। ਸੈਕੰਡਰੀ ਅਧਿਆਪਕਾਂ ਦੀ ਯੋਗਤਾ ਰੱਖਦਾ ਤਾਂ ਉਸ ਨੂੰ ਤਰੱਕੀ ਦਿੱਤੀ ਜਾਣੀ ਚਾਹੀਦੀ ਹੈ। ਟਰੈਂਡ ਗ੍ਰੈਜੂਏਟ ਜਿਹੜੇ ਸੈਕੰਡਰੀ ਸਕੂਲਾਂ ਵਿੱਚ ਪੜ੍ਹਾ ਰਹੇ ਨੇ ਉਹਨਾਂ ਨੂੰ ਕਾਮਨ ਦੇਖ ਕੇ ਪੋਸਟ ਗ੍ਰੈਜੂਏਸ਼ਨ ਤੱਕ ਦੀ ਜਿਹੜੀ ਉਸਨੂੰ ਪ੍ਰਮੋਸ਼ਨ ਦਿੱਤੀ ਜਾਣੀ ਚਾਹੀਦੀ ਹੈ। ਤਾਂ ਇਸ ਤਰ੍ਹਾਂ ਕੰਮ ਅਤੇ ਸੇਵਾ ਸ਼ਰਤਾਂ ਕਮਿਸ਼ਨ ਨੇ ਕੰਮ ਅਤੇ ਸੇਵਾ ਸ਼ਰਤਾਂ ਬਾਰੇ ਵੀ ਵਿਆਪਕ ਸੁਝਾਅ ਦਿੱਤੇ ਨੇ ਕਿ ਅਧਿਆਪਕ ਹੈ ਜਿਹੜਾ ਉਹ ਆਪਣਾ ਕੰਮ ਪੂਰੀ ਲਗਨ ਨਾਲ ਕਰੇ ਅਤੇ ਉਸ ਨੂੰ ਪ੍ਰੋਫੈਸ਼ਨਲ ਨੌਲੇਜ ਹੋਣੀ ਚਾਹੀਦੀ ਹੈ। ਅਧਿਆਪਕਾਂ ਦੇ ਕੰਮ ਦੇ ਘੰਟੇ ਨਿਸ਼ਚਿਤ ਕਰਨ ਵੇਲੇ ਸਾਰੇ ਪੱਖਾਂ ਵੱਲ ਧਿਆਨ ਦੇਣਾ ਚਾਹੀਦਾ ਹੈ। ਰਿਟਾਇਰਮੈਂਟ ਦੀ ਜਿਹੜੀ ਉਮਰ ਹੈ ਉਸ ਦੀ ਏਜ 60 ਕੀਤੀ ਗਈ ਹੈ। ਉਸ ਤੋਂ ਬਾਅਦ ਟੀਚਰ ਐਜੂਕੇਸ਼ਨ ਕਿ ਅਧਿਆਪਕ ਦੀ ਜਿਹੜੀ ਟ੍ਰੇਨਿੰਗ ਹੈ ਉਹ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਿੱਖਿਆ ਕਿਵੇਂ ਦੀ ਹੋਣੀ ਚਾਹੀਦੀ ਹੈ। ਵਿੱਦਿਅਕ ਵਿਕਾਸ ਦਾ ਮਹੱਤਵਪੂਰਨ ਖੇਤਰ ਕਿ ਅਧਿਆਪਕ ਨੇ ਜਿਹੜੇ ਉਸ ਨੇ ਵਿਦਿਆਰਥੀ ਦਾ ਸਰਬਪੱਖੀ ਵਿਕਾਸ ਆਲਰਾਊਂਡ ਡਿਵੈਲਪਮੈਂਟ ਜਿਹੜੀ ਕਰਨੀ ਹੁੰਦੀ ਹੈ। ਤਾਂ ਇਸ ਤਰ੍ਹਾਂ ਸਾਰੇ ਵਿੱਦਿਅਕ ਪ੍ਰੋਗਰਾਮ ਦਾ ਕੇਂਦਰ ਅਧਿਆਪਕ ਹੀ ਹੁੰਦਾ ਹੈ। ਤਾਂ ਅਧਿਆਪਕ ਨੂੰ ਵਿਦਿਆਰਥੀ ਨੂੰ ਜਿਹੜੀ ਵਧੀਆ ਐਜੂਕੇਸ਼ਨ ਹੈ ਉਹ ਪ੍ਰੋਵਾਈਡ ਕਰਾਉਣੀ ਚਾਹੀਦੀ ਹੈ। ਅਧਿਆਪਕ ਸਿੱਖਿਆ ਦੇ ਵਖਰੇਵੇਂ ਨੂੰ ਖਤਮ ਕਰਨਾ ਤਾਂ ਕਮਿਸ਼ਨ ਦਾ ਮੰਨਣਾ ਹੈ ਕਿ ਅਧਿਆਪਕ ਸਿੱਖਿਆ ਦੇ ਵਖਰੇਵੇਂ ਨੂੰ ਦੂਰ ਨਹੀਂ ਕੀਤਾ ਜਾ ਸਕਦਾ, ਇਸ ਨੂੰ ਪ੍ਰਭਾਵਸ਼ਾਲੀ ਨਹੀਂ ਬਣਾਇਆ ਜਾ ਸਕਦਾ। ਤਾਂ ਇਸ ਲਈ ਕਮਿਸ਼ਨ ਨੇ ਹੇਠਲੇ ਜਿਹੜੇ ਸੁਝਾਅ ਨੇ ਦਿੱਤੇ ਨੇ। ਯੂਨੀਵਰਸਿਟੀ ਸਿੱਖਿਆ ਨਾਲ ਨਜ਼ਦੀਕੀ ਸੰਬੰਧ ਕਿ ਸਿੱਖਿਆ ਯੂਨੀਵਰਸਿਟੀ ਸਿੱਖਿਆ ਦੇ ਨਾਲ ਕਿ ਸਿੱਖਿਆ ਵਿਸ਼ੇ ਨੂੰ ਯੂਨੀਵਰਸਿਟੀ ਪੱਧਰ 'ਤੇ ਪਹਿਲੀ ਡਿਗਰੀ ਵਿੱਚ ਚੋਣ ਵਿਸ਼ੇ ਤੌਰ 'ਤੇ ਲਾਗੂ ਕੀਤਾ ਜਾਵੇ। ਸਕੂਲੀ ਸਿੱਖਿਆ ਨਾਲ ਨਜ਼ਦੀਕੀ ਸੰਬੰਧ ਕਿ ਅਧਿਆਪਕ ਸਿਖਲਾਈ ਜਿਹੜੀਆਂ ਸੰਸਥਾਵਾਂ ਨੇ ਉਹਨਾਂ ਨੂੰ ਜ਼ਰੂਰੀ ਅੰਗ ਬਣਾਇਆ ਜਾਵੇ। ਸੰਸਥਾਵਾਂ ਦੇ ਵਿੱਚ ਆਪਸੀ ਸਹਿਯੋਗ ਹੋਵੇ। ਤਾਂ ਵਿਵਸਾਇਕ ਜਿਹੜੀ ਇੰਪਰੂਵਮੈਂਟ ਪ੍ਰੋਫੈਸ਼ਨਲ ਐਜੂਕੇਸ਼ਨ ਜਿਹੜੀ ਹੈ ਉਸ ਦੇ ਵਿੱਚ ਸੁਧਾਰ ਹੋਣਾ ਜ਼ਰੂਰੀ ਹੈ। ਕੋਰਸ ਦਾ ਜਿਹੜਾ ਵਿਸ਼ੇਸ਼ ਵਿਸ਼ਾ ਵਸਤੂ ਹੈ ਉਹ ਹੋਣਾ ਚਾਹੀਦਾ ਹੈ। ਵਿਸ਼ਾ ਗਿਆਨ ਦਾ ਜਿਹੜਾ ਮੁੜ ਨਵੀਨੀਕਰਨ ਭਾਵ ਕਿ ਸਮੇਂ ਦੀਆਂ ਤਬਦੀਲੀਆਂ ਦੇ ਅਨੁਸਾਰ ਵਿਸ਼ੇ ਦੇ ਵਿੱਚ ਜਿਹੜੀ ਚੇਂਜ ਹੈ ਉਹ ਹੋਣੀ ਚਾਹੀਦੀ ਹੈ। ਏਕੀਕ੍ਰਿਤ ਕੋਰਸ ਭਾਵ ਕਿ ਹਰ ਇੱਕ ਜਿਹੜੇ ਸਬਜੈਕਟ ਨੇ ਉਹਨਾਂ ਨੂੰ ਦੂਸਰੇ ਸਬਜੈਕਟਾਂ ਦੇ ਨਾਲ ਕੋਰਿਲੇਟ ਕਰਕੇ ਜਿਹੜਾ ਪੜ੍ਹਨਾ ਚਾਹੀਦਾ ਹੈ। ਜਿਹੜਾ ਪ੍ਰੋਫੈਸ਼ਨਲ ਅਧਿਐਨ ਹੈ ਉਸ ਨੂੰ ਮਜ਼ਬੂਤ ਕਰਨਾ ਚਾਹੀਦਾ ਹੈ ਤਾਂ ਕਿ ਵਿਦਿਆਰਥੀ ਨੇ ਜਿਹੜੇ ਉਹ ਸਵੈ ਨਿਰਭਰ ਹੋ ਸਕਣ। ਅਧਿਆਪਨ ਅਤੇ ਮੁਲਾਂਕਣ ਵਿਧੀ ਅਤੇ ਵਿਦਿਆਰਥੀਆਂ ਨੂੰ ਸਿਰਫ ਸਿਖਲਾਈ ਹੀ ਨਹੀਂ ਦੇਣੀ ਚਾਹੀਦੀ ਸਗੋਂ ਉਸ ਦਾ ਜਿਹੜਾ ਅਧਿਆਪਨ ਅਜਿਹਾ ਹੋਣਾ ਚਾਹੀਦਾ ਜਿਸ ਦੇ ਵਿੱਚ ਡਿਸਕਸ ਡਿਬੇਟ ਆਦਿ ਅਨੇਕਾਂ ਜਿਹੜੇ ਟੀਚਿੰਗ ਮੈਥਡ ਨੇ ਉਹ ਯੂਜ਼ ਕਰਨੇ ਚਾਹੀਦੇ ਨੇ ਟੀਚਰ ਨੂੰ। ਅਤੇ ਨਾਲ ਹੀ ਸਮੇਂ ਸਮੇਂ ਦੀ ਜਿਹੜੀ ਵਿਦਿਆਰਥੀ ਦੀ ਇਵੈਲੂਏਸ਼ਨ ਹੈ ਉਹ ਹੋਣੀ ਬਹੁਤ ਜ਼ਰੂਰੀ ਹੈ। ਵਿਸ਼ੇਸ਼ ਜਿਹੜੇ ਕੋਰਸ ਨੇ ਜਿਨ੍ਹਾਂ ਦਾ ਲਾਭ ਵਿਦਿਆਰਥੀ ਨੂੰ ਹੋ ਸਕੇ ਉਹ ਦੇਣੇ ਚਾਹੀਦੇ ਨੇ। ਟ੍ਰੇਨਿੰਗ ਕੋਰਸ ਦੀ ਮਿਆਦ ਹੈ ਜਿਹੜੀ ਕੁਝ ਸਮਾਂ 2 ਸਾਲ ਦਾ ਹੋਣਾ ਚਾਹੀਦਾ ਹੈ ਜਦਕਿ ਸੈਕੰਡਰੀ ਸਕੂਲ ਗ੍ਰੈਜੂਏਟ ਅਧਿਆਪਕਾਂ ਦੀ ਟ੍ਰੇਨਿੰਗ ਦਾ ਸਮਾਂ 1 ਸਾਲ ਦਾ ਹੋਣਾ ਚਾਹੀਦਾ ਹੈ। ਤਾਂ ਇਸ ਤਰ੍ਹਾਂ ਐਜੂਕੇਸ਼ਨ ਕਮਿਸ਼ਨ ਨੇ ਜਿਹੜਾ ਐਮਐਡ ਦੀ ਜਿਹੜੀ
ਸਿੱਖਿਆ ਹੈ ਉਸ ਦਾ ਜਿਹੜਾ ਸਮਾਂ ਹੈ ਉਹ 1.5 ਸਾਲ ਕੀਤਾ। ਸਿਖਲਾਈ ਸੰਸਥਾਵਾਂ ਦੇ ਵਿੱਚ ਸੁਧਾਰ ਕਰਨਾ। ਉਸ ਤੋਂ ਬਾਅਦ ਕਿ ਜਿਹੜੀ ਇੱਕ ਟੀਚਰ ਹੈ ਉਸ ਦੀ ਯੋਗਤਾ ਕੀ ਹੋਣੀ ਚਾਹੀਦੀ ਹੈ, MA B.Ed ਜਾਂ ਉਸਨੇ ਸਿੱਖਿਆ ਦਾ ਕੋਈ ਵੀ ਹੋਰ ਕੋਰਸ ਜਿਹੜਾ ਪ੍ਰਾਇਮਰੀ ਪੱਧਰ 'ਤੇ ਅਧਿਆਪਕ ਲਈ ਹੋਣਾ ਚਾਹੀਦਾ ਹੈ। ਸੈਕੰਡਰੀ ਪੱਧਰ 'ਤੇ ਉਸ ਦੀ ਡਬਲ MA ਹੋਣੀ ਚਾਹੀਦੀ ਹੈ। ਤਾਂ ਦੋਹਾਂ MA ਵਿੱਚੋਂ ਇੱਕ MA ਸਿੱਖਿਆ ਦੀ ਹੋਣੀ ਚਾਹੀਦੀ ਹੈ, ਭਾਵ ਐਜੂਕੇਸ਼ਨ ਜਿਹੜਾ ਸਬਜੈਕਟ ਹੈ ਉਸ ਦੀ ਹੋਣੀ ਚਾਹੀਦੀ ਹੈ। ਉਸ ਨੂੰ ਵਿਸ਼ੇਸ਼ ਜਿਹੜੇ ਸਬਜੈਕਟ ਨੇ, ਜੋ ਉਸ ਦਾ ਵਿਸ਼ੇਸ਼ ਸਬਜੈਕਟ ਹੈ ਉਸ ਦੇ ਵਿੱਚੋਂ ਐਕਸਪਰਟ ਹੋਣਾ ਚਾਹੀਦਾ ਹੈ। ਯੋਗ ਵਿਅਕਤੀਆਂ ਦੀ ਭਰਤੀ ਕਰਨੀ ਚਾਹੀਦੀ ਹੈ। ਵਿਸ਼ੇ ਪੜ੍ਹਾਏ ਜਾਣ ਦਾ ਕੋਈ ਰੂਲ ਹੈ ਜਿਹੜਾ ਉਹ ਅਧਿਆਪਕ ਨੂੰ ਆਉਂਦਾ ਹੋਵੇ। ਅਤੇ ਉਸ ਤੋਂ ਬਾਅਦ ਗਰਮੀ ਦੀਆਂ ਛੁੱਟੀਆਂ ਦੇ ਵਿੱਚ ਜਿਹੜੀ ਵਿਸ਼ੇਸ਼ ਟ੍ਰੇਨਿੰਗ ਹੈ ਉਹ ਅਧਿਆਪਕ ਨੂੰ ਦੇਣੀ ਚਾਹੀਦੀ ਹੈ। ਉਸ ਤੋਂ ਬਾਅਦ ਵਿਸ਼ੇ ਦੇ ਵਿਸ਼ੇਸ਼ੀਕਰਨ, ਸਪੈਸ਼ਲਾਈਜੇਸ਼ਨ ਇਨ ਦਾ ਸਬਜੈਕਟ, ਕਿਸੇ ਵਿਸ਼ੇ ਦਾ ਮਾਹਿਰ ਨਾ ਮੰਨਿਆ ਜਾਵੇ, ਸਗੋਂ ਹਰ ਇੱਕ ਵਿਸ਼ੇ ਉਹ ਕਿਸ ਵਿਸ਼ੇ ਦੀ ਡਿਗਰੀ ਹਾਸਲ ਨਹੀਂ ਕਰ ਲੈਂਦਾ। ਕਿਸੇ ਵਿਸ਼ੇ ਦਾ ਮਾਹਿਰ ਨਾ ਮੰਨਿਆ ਜਾਵੇ ਤਾਂ ਉਹ ਵਿਸ਼ੇ ਦੀ ਡਿਗਰੀ, ਭਾਵ ਕਿ ਇੱਕ ਵਿਸ਼ੇਸ਼ ਜਿਹੜਾ ਸਬਜੈਕਟ ਹੈ ਉਸ ਦੇ ਵਿੱਚੋਂ ਮਾਹਿਰ ਹੋਣਾ ਚਾਹੀਦਾ ਹੈ। ਪੱਤਰਾਚਾਰ ਕੋਰਸ, ਕਿ ਉਸਨੂੰ ਆਪਣੇ ਅਧਿਆਪਨ ਦੌਰਾਨ ਕੋਈ ਜਿਹੜਾ ਕੋਰਸ ਹੈ ਉਹ ਨਾਲ ਜੁਆਇਨ ਕਰਨਾ ਚਾਹੀਦਾ ਹੈ। ਗ੍ਰੈਜੂਏਟ ਲਈ ਵਿਸ਼ੇਸ਼ ਕੋਰਸ, ਸਿਖਿਆਰਥੀਆਂ ਦੇ ਲਈ ਵਿਸ਼ੇਸ਼ ਜਿਹੜੀਆਂ ਸਹੂਲਤਾਂ ਨੇ ਉਹ ਦੇਣੀਆਂ ਚਾਹੀਦੀਆਂ ਹਨ, ਤਾਂ ਕਿ ਜਿਹੜਾ ਵਿਦਿਆਰਥੀ ਹੈ ਉਹ ਆਪਣਾ ਵਿਕਾਸ ਹੈ ਜਿਹੜਾ ਉਹ ਕਰ ਸਕੇ। ਅਤੇ ਪ੍ਰਤੀਕਾਤਮਕ ਅਤੇ ਪ੍ਰਦਰਸ਼ਨਾਤਮਕ ਜਿਹੜਾ ਮਾਹੌਲ ਹੈ ਉਹ ਸਕੂਲ ਦਾ ਹੋਣਾ ਚਾਹੀਦਾ। ਸਕੂਲੀ ਸਹੂਲਤਾਂ ਅਤੇ ਬੱਚਿਆਂ ਦੀਆਂ ਸਹੂਲਤਾਂ ਦੇ ਵਿੱਚ ਵਾਧਾ ਹੋਣਾ ਚਾਹੀਦਾ, ਤਾਂ ਕਿ ਵਿਦਿਆਰਥੀ ਆਪਣੀ ਆਲਰਾਊਂਡ ਡਿਵੈਲਪਮੈਂਟ ਕਰ ਸਕਣ। ਅਧਿਆਪਕਾਂ ਦੇ ਲਈ ਇੱਕ ਜਿਹੜਾ ਵਿਸ਼ੇਸ਼ ਟ੍ਰੇਨਿੰਗ ਦਾ ਜਿਹੜਾ ਕੋਰਸ ਹੈ ਉਹ ਹੋਣਾ ਚਾਹੀਦਾ ਹੈ। ਸੰਸਥਾਵਾਂ ਦੀ ਜਿਹੜੀ ਸਥਿਤੀ ਅਤੇ ਆਕਾਰ ਹੈ ਉਹ ਵਧੀਆ ਹੋਣੀ ਚਾਹੀਦੀ, ਅਤੇ ਵਿਦਿਆਰਥੀਆਂ ਦੀ ਗਿਣਤੀ ਪ੍ਰਾਇਮਰੀ ਪੱਧਰ 'ਤੇ 240 ਤੱਕ ਅਤੇ ਸੈਕੰਡਰੀ ਪੱਧਰ 'ਤੇ 400 ਤੱਕ। ਅਧਿਆਪਕ ਸਿੱਖਿਆ ਦਾ ਪੱਧਰ ਵਧੀਆ ਹੋਣਾ ਚਾਹੀਦਾ ਹੈ। ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੇ ਵਿੱਚ ਅਧਿਆਪਕ ਸਿੱਖਿਆ ਦੀ ਜ਼ਿੰਮੇਵਾਰੀ ਸੰਭਾਲਣੀ ਚਾਹੀਦੀ ਹੈ। ਰਾਜ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਸਕੂਲਾਂ ਦਾ ਵੱਧ ਤੋਂ ਵੱਧ ਸੁਧਾਰ ਜਿਹੜਾ ਉਹ ਕਰਨ ਅਤੇ ਅਧਿਆਪਕਾਂ ਨੂੰ, ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਮੁਹੱਈਆ ਕਰਵਾਉਣ। ਨੈਕਸਟ ਹੈ ਜੁਆਇੰਟ ਸਟੈਂਡਿੰਗ ਕਮੇਟੀ, ਜਿਹਦੇ ਵਿੱਚ NCERT ਅਧਿਆਪਕ ਸਿੱਖਿਆ ਦੇ ਸਥਾਈ ਸਾਂਝੀ ਕਮੇਟੀ ਸਥਾਪਿਤ ਕੀਤੀ ਜਾਣੀ। ਉਸ ਤੋਂ ਬਾਅਦ ਹੈ ਉਸ ਦੀ ਵੋਕੇਸ਼ਨਲ ਜਿਹੜੀ ਐਜੂਕੇਸ਼ਨ ਹੈ ਉਹ ਕਿਵੇਂ ਦੀ ਹੋਣੀ ਚਾਹੀਦੀ ਹੈ। ਲੋਅਰ ਸੈਕੰਡਰੀ ਸਟੇਜ ਦੇ ਉੱਤੇ ਵਿਦਿਆਰਥੀਆਂ 7ਵੀਂ ਜਾਂ 8ਵੀਂ ਦੀ ਪੜ੍ਹਾਈ ਪੂਰੀ ਕਰਕੇ ਸਕੂਲ ਛੱਡ ਜਾਂਦੇ ਨੇ, ਤਾਂ ਇਸ ਦੇ ਲਈ IT ਦੀ ਵਿਵਸਥਾ ਹੋਣੀ ਚਾਹੀਦੀ ਹੈ। ਹਾਇਰ ਸੈਕੰਡਰੀ ਦੇ ਵਿੱਚ ਪੋਲੀਟੈਕਨਿਕ ਸੰਸਥਾਵਾਂ ਦੀ ਸਥਾਪਨਾ, ਜਿਹਦੇ ਵਿੱਚ ITI ਵਰਗੀਆਂ ਜਿਹੜੇ ਕੋਰਸ ਨੇ ਉਹ ਸ਼ਾਮਲ ਹੋਣੇ ਚਾਹੀਦੇ ਨੇ। ਸਬ ਕਮੇਟੀ ਦਾ ਗਠਨ, ਜਿਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਪ੍ਰੋਫੈਸ਼ਨਲ ਕੋਰਸ ਨੇ ਉਹਨਾਂ ਦੀ ਵਿਵਸਥਾ ਬਾਰੇ। ਜਿਹੜੀ ਉਸ ਤੋਂ ਬਾਅਦ ਹੈਗਾ ਲੋੜੀਂਦੀ ਵਿੱਤੀ ਸਹਾਇਤਾ, ਹਰ ਇੱਕ ਜਿਹੜੀ ਕੋਈ ਸੰਸਥਾ ਹੈ ਉਸ ਨੂੰ ਚਲਾਉਣ ਦੇ ਲਈ ਧਨ ਦੀ ਲੋੜ ਪੈਂਦੀ ਹੈ, ਤਾਂ ਇਸ ਤਰ੍ਹਾਂ ਦੀ ਜਿਹੜਾ ਧਨ ਹੈ ਉਹ ਮੁਹੱਈਆ ਕਰਵਾਉਣਾ। ਅਤੇ ਉਸ ਤੋਂ ਬਾਅਦ ਸਹੂਲਤਾਂ ਦੇ ਵਿੱਚ ਵਾਧਾ ਕਰਨਾ, ਤਾਂ ਕਿ ਪ੍ਰੋਫੈਸ਼ਨਲ ਜਿਹੜੀ ਐਜੂਕੇਸ਼ਨ ਉਹ ਪ੍ਰਾਪਤ ਕੀਤੀ ਜਾ ਸਕੇ। ਰਾਜ ਸਿੱਖਿਆ ਸੰਸਥਾ, ਤਾਂ ਕਿ ਇਸ ਦੇ ਵਿੱਚ ਜਿਹੜਾ ਰਾਜ ਸਿੱਖਿਆ ਸੁਧਾਰ ਵਾਸਤੇ ਕਮਿਸ਼ਨ ਨੇ ਸਿਫਾਰਿਸ਼ ਕੀਤੀ ਹੈ ਸਿੱਖਿਆ ਸੰਸਥਾ ਵਿੱਚ ਅਕਾਦਮਿਕ ਵਿਭਾਗ ਦੀ ਸਥਾਪਨਾ ਕੀਤੀ ਜਾਵੇ। ਉਸ ਤੋਂ ਬਾਅਦ ਟੀਚਿੰਗ ਮੈਥਡ ਕਿਹੋ ਜਿਹੇ ਹੋਣੇ ਚਾਹੀਦੇ ਹਨ, ਲਚਕੀਲਾਪਣ ਅਤੇ ਗਤੀਸ਼ੀਲਤਾ ਆਧਾਰਿਤ ਹੋਣੀ ਚਾਹੀਦੀ ਹੈ। ਅਤੇ ਟੀਚਿੰਗ ਮੈਥਡ ਨਿਊ ਜਿਹੜੀਆਂ ਤਕਨੀਕਸ ਨੇ ਉਹ ਅਧਿਆਪਕਾਂ ਨੂੰ ਯੂਜ਼ ਕਰਨੀਆਂ ਚਾਹੀਦੀਆਂ ਨੇ। ਅਧਿਆਪਨ ਸਾਧਨਾਂ ਦੀ ਸੂਚੀ, ਘੱਟੋ ਘੱਟ ਸਹਾਇਕ ਸਾਧਨਾਂ ਦੀ ਸੂਚੀ ਤਿਆਰ ਕੀਤੀ ਜਾਣੀ ਚਾਹੀਦੀ ਹੈ ਕਿ ਉਸ ਨੇ ਆਪਣੇ ਟੀਚਿੰਗ ਦੌਰਾਨ ਕਿਹੜੇ ਜਿਹੜੇ ਸਾਧਨ ਨੇ ਉਹ ਯੂਜ਼ ਕਰਨੇ ਨੇ। ਅਧਿਆਪਕਾਂ ਦੇ ਤਤਕਾਲ ਵਿਕਾਸ ਪ੍ਰੋਗਰਾਮ, ਤਾਂ ਕਿ ਉਹ ਜਿਵੇਂ ਅਧਿਆਪਕਾਂ ਨੂੰ ਇਸ ਗੱਲ ਦੀ ਸਿੱਖਿਆ ਦੇਣੀ ਚਾਹੀਦੀ ਹੈ ਕਿ ਉਹ ਘੱਟ ਖਰਚੇ ਦੇ ਵਧੀਆ ਜਿਹੜੀਆਂ ਸਹਾਇਕ ਕਿਰਿਆਵਾਂ ਉਹ ਕਿਸ ਤਰ੍ਹਾਂ ਵਿਦਿਆਰਥੀਆਂ ਦਾ ਵਧੀਆ ਵਿਕਾਸ ਜਾਂ ਵਿਦਿਆਰਥੀਆਂ ਨੂੰ ਵਧੀਆ ਪੜ੍ਹਾ ਸਕਦੇ ਨੇ। ਅਤੇ ਜਮਾਤ ਦਾ ਆਕਾਰ ਕਿ ਇੱਕ ਟੀਚਰ ਦੇ ਲਈ ਲੋਅਰ ਪ੍ਰਾਇਮਰੀ ਦੇ ਵਿੱਚ 50, ਹਾਇਰ ਦੇ ਵਿੱਚ ਅਤੇ ਲੋਅਰ ਦੇ ਵਿੱਚ 45, ਅਤੇ ਹਾਇਰ ਸੈਕੰਡਰੀ ਦੇ ਵਿੱਚ ਜਿਹੜੇ 40 ਵਿਦਿਆਰਥੀ ਨੇ ਜਿਹੜੇ ਉਹ ਇੱਕ ਕਲਾਸ ਦੇ ਵਿੱਚ ਹੋਣੇ ਚਾਹੀਦੇ ਨੇ। ਸਿੱਖਿਆ ਵਿਭਾਗ ਅਤੇ ਆਕਾਸ਼ਵਾਣੀ ਵਿਚਾਲੇ ਸਹਿਯੋਗ, ਤਾਂ ਕਿ ਸਿੱਖਿਆ ਐਜੂਕੇਸ਼ਨ ਜਿਹੜਾ ਹੈ ਡਿਪਾਰਟਮੈਂਟ ਹੈ ਉਹ ਆਕਾਸ਼ਵਾਣੀ ਜਿਹੜੇ ਆਲ ਇੰਡੀਆ ਰੇਡੀਓ ਚੈਨਲ ਦੇ ਥਰੂ ਆਪਣੇ ਸੰਬੰਧ ਸਥਾਪਿਤ ਕਰੇ ਅਤੇ ਵਿਦਿਆਰਥੀਆਂ ਨੂੰ ਉਸ ਚੈਨਲ ਦੇ ਥਰੂ ਕੁਛ ਨਾ ਕੁਛ ਜਿਹੜੀ ਸਿੱਖਿਆ ਹੈ ਉਹ ਜ਼ਰੂਰ ਪ੍ਰਦਾਨ ਕਰੇ। ਉਸ ਤੋਂ ਨੈਕਸਟ ਹੈ ਵਰਕ ਐਕਸਪੀਰੀਅੰਸ ਐਂਡ ਸੋਸ਼ਲ ਸਰਵਿਸ, ਕਿ ਵੱਖ-ਵੱਖ ਲੈਵਲ ਦੇ ਆਧਾਰ 'ਤੇ ਕਿਵੇਂ ਦਾ ਐਕਸਪੀਰੀਅੰਸ ਜਿਹੜਾ ਵਿਦਿਆਰਥੀ ਨੂੰ ਹੋਣਾ ਚਾਹੀਦਾ ਹੈ। ਲੋਅਰ ਪ੍ਰਾਇਮਰੀ ਪੱਧਰ 'ਤੇ ਵਿਦਿਆਰਥੀ ਨੂੰ ਕਾਗਜ਼ ਕੱਟਣੇ, ਗੱਤੇ ਦਾ ਕੰਮ ਕੱਟਣਾ, ਪੌਦੇ ਲਗਾਉਣਾ ਆਦਿ ਆਉਣਾ ਚਾਹੀਦਾ ਹੈ।
ਅੱਪਰ ਪ੍ਰਾਇਮਰੀ ਪੱਧਰ 'ਤੇ ਉਸ ਨੂੰ ਬੱਚਿਆਂ ਨੂੰ ਕੰਮ ਬਾਰੇ ਸੋਝ ਦਿੱਤੀ ਜਾਣੀ ਕਿ ਇਸ ਪੱਧਰ ਦੇ ਬੱਚੇ ਨੂੰ ਹਸਤ ਕਲਾ ਬਾਰੇ ਭਾਵ ਕਿ ਉਸ ਨੂੰ ਲਿਖਣ ਬਾਰੇ ਸਿਖਾਇਆ ਜਾਵੇ। ਲੋਅਰ ਸੈਕੰਡਰੀ ਪੱਧਰ 'ਤੇ ਅਗਲੇ 10 ਸਾਲ ਤੱਕ ਹਰੇਕ ਸੈਕੰਡਰੀ ਸਕੂਲ ਦੇ ਸਮੂਹ ਨਾਲ ਇੱਕ ਵਰਕਸ਼ਾਪ ਸਥਾਪਿਤ ਕੀਤੀ ਜਾਵੇ ਜਿਸ ਵਿੱਚ ਵਿਦਿਆਰਥੀ ਨੂੰ ਆਪਣੀ ਕਲਾ ਦਾ ਵਿਕਾਸ ਕਰਨ ਦਾ ਮੌਕਾ ਮਿਲਦਾ ਰਹੇ। ਹਾਇਰ ਸੈਕੰਡਰੀ ਪੱਧਰ 'ਤੇ ਕਾਰਜ ਅਨੁਭਵ ਨੂੰ ਸਕੂਲ ਵਰਕਸ਼ਾਪ ਦਾ ਹਿੱਸਾ ਬਣਾ ਦੇਣਾ ਚਾਹੀਦਾ ਹੈ। ਉਸ ਤੋਂ ਬਾਅਦ ਉਸ ਦੀਆਂ ਸਮਾਜ ਸੇਵਾ ਜਾਂ ਜਿਵੇਂ NSS ਕੈਂਪ ਜਾਂ NCC ਕੈਂਪ ਦੇ ਥਰੂ ਇਹ ਵਿਦਿਆਰਥੀਆਂ ਨੂੰ ਸਮਾਜ ਦੀ ਜਿਹੜੀ ਸੇਵਾ ਹੈ ਉਸ ਨੂੰ ਕਰਨ ਦੀ ਜਿਹੜੀ ਪ੍ਰੇਰਨਾ ਹੈ ਉਹ ਦੇਣੀ ਚਾਹੀਦੀ ਹੈ। ਇਹ ਸੀ ਕਿ ਹੁਣ ਆਪਾਂ ਉਸ ਤੋਂ ਅੱਗੇ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ ਇਵੈਲੂਏਸ਼ਨ।